ਆਪਾਂ ਨਾਰਥ ਇੰਡੀਆ ਖਾਸ ਤੌਰ ਤੇ ਪੰਜਾਬ, ਰਾਜਸਥਾਨ, ਹਰਿਆਣਾ ਦੀ ਗੱਲ ਛੱਡ ਦਈਏ, ਜੇ ਇਸ ਤੋਂ ਬਾਹਰ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਕਦੋਂ ਤੱਕ ਜਿਹੜੀਆਂ ਖੇਤਰੀ ਪਾਰਟੀਆਂ ਭਾਵੇਂ ਵੈਸਟ ਬੰਗਾਲ ਹੈਗੀਆਂ ਜਾਂ ਤਮਿਲਨਾਡੂ ਦੀਆਂ ਪਾਰਟੀਆਂ ਨੇ ਉਹਨਾਂ ਦੀ ਜਿੱਤ ਦੀ ਖੁਸ਼ੀ ਮਨਾਉਂਦੀਆਂ ਰਹਿਣਗੀਆਂ, ਬੀਜੇਪੀ ਦੀ ਹਾਰ ਦੀ ਖੁਸ਼ੀ ਮਨਾਉਂਦੀ ਰਹਿਣਗੀਆਂ ਕਿ ਕਾਂਗਰਸ ਪਾਰਟੀ ਦੁਬਾਰਾ ਉਸ ਸਿਰ ਪੈਰ ਤੇ ਖੜੀ ਹੋਊਗੀ ਸੈਂਟਰ ਜੇ ਕੇਂਦਰੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ? देखो कांग्रेस साडी हार हुई आ, पॉलिटिक्स हार हुंदी आ, लेकिन असीं लग गए आ सारी पार्टी और केंद्र भी साडा जिहड़ा लीडरशिप वो लग गए हैगे आ कि देखिए साडियां की कमज़ोरियां और उन्हां दा हल करिए। और जदों बंदा कमज़ोरियां मन्नण लई तैयार होवे और हल करन लई तैयार होवे, मेरा ख्याल सफलता हल वध जाईदा, असीं उधर नूं वधांगे कि असीं एक बहुत गैर जिम्मेदार प्रधानमंत्री असी लोगों ने बनाया जिहड़ा राजनीति च इलैक्शन विनिंग मशीन का मुखिया हैगा, मुल्क का मुखिया नहीं हैगा। मोदी साहब की 56 इंच की छाती जनवरी फरवरी वर्ल्ड इकनॉमिक फोरम च कह रहे कि असी हिंदुस्तान तो कोरोना भजाता, असी दुनिया च भी असी भजाता। आ साडी हालत देख लो। एपीडेमिक एक्ट किने लगाया सी सारे हिंदुस्तान च? मोदी साहब ने। और ओदे च ओ एक्ट अजे भी लागू आ, उस एक्ट विच किसे स्टेट दी किसे सूबे दी कोई पावर नहीं आ, सारे सूबे सिर्फ और सिर्फ केंद्र सरकार दे निर्देशां अनुसार चलणगे। इस साल साइंटिस्टां दी रिपोर्ट जिहड़ी जनवरी च आई, फरवरी च आई, उन्होंने पढ़ी नहीं, क्योंकि वो तो बंगाल जितन च लगे हुए। केंद्र सरकार च 35,000 करोड़ इन्हें रखिया सी बजट च, ਉਹਦੇ ਨਾਲ 60 ਤੋਂ 70 ਹਜ਼ਾਰ ਕਰੋੜ ਲੋਕਾਂ ਨੂੰ ਇਹ ਟੀਕਾ ਲਾ ਸਕਦੇ। ਪਹਿਲਾਂ ਤਾਂ ਇਹ 35,000 ਕਰੋੜ ਨੂੰ ਕਿੱਥੇ ਲਿਜਾ ਰਹੇ ਜੀ? ਫਿਰ PM ਕੇਅਰ ਫੰਡ ਜਿਹੜਾ ਬਣਾਇਆ ਸੀ ਉਹਦੇ 'ਚ 35-40 ਹਜ਼ਾਰ ਕਰੋੜ ਪਿਆ ਹੈਗਾ, ਉਹਦਾ ਕੀ ਕਰ ਰਹੇ ਹੈਗੇ ਆ? ਜਿੰਨੇ ਵੈਂਟੀਲੇਟਰ ਦਿੱਤੇ ਉਹ ਸਾਰੇ ਖਰਾਬ ਪਏ ਹੈਗੇ ਆ। ਵੈਕਸੀਨ ਦੀ ਗੱਲ ਕੀਤੀ ਹੈ, ਵੈਂਟੀਲੇਟਰਸ ਦੀ ਗੱਲ ਕੀਤੀ ਹੈ, ਪਰ ਬੀਜੇਪੀ ਦੇ ਪੰਜਾਬ ਦੀ ਆਪਾਂ ਜੇ ਗੱਲ ਕਰੀਏ, ਪੰਜਾਬ ਦੇ ਲੀਡਰ ਵੀ ਕਹਿੰਦੇ, ਸੈਂਟਰ ਵੱਲੋਂ ਵੀ ਇਹੀ ਬਿਆਨ ਆਉਂਦੇ ਵੀ ਕਾਂਗਰਸ ਪਾਰਟੀ ਖਾਸ ਉੱਤੇ ਪੰਜਾਬ ਦੇ ਵਿੱਚ ਰਾਜਨੀਤੀ ਕਰ ਰਹੀ ਹੈ। ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕੈਂਪ ਲਗਾਏ ਗਏ ਸੀ, ਥਾਂ ਥਾਂ ਕੈਂਪ ਲੱਗੇ ਸੀ, ਹੁਣ ਚਹੇਤਿਆਂ ਨੂੰ ਕੈਂਪ ਵੰਡ ਦਿੱਤੇ ਗਏ ਆ। ਵੈਕਸੀਨ ਵੀ ਪ੍ਰੋਪਰ ਨਹੀਂ ਹੋ ਰਹੀ, ਵੈਂਟੀਲੇਟਰ ਦੀ ਜਿਹੜੀ ਰੱਖ ਰਖਾਵ ਉਹ ਵੀ ਪੰਜਾਬ ਗਵਰਨਮੈਂਟ ਪ੍ਰੋਪਰ ਨਹੀਂ ਕਰ ਰਹੀ। ਕਿ ਇਹ ਕਹਿ ਰਹੇ ਆ ਕਿ ਜਿਹੜਾ ਪੇਟੈਂਟ ਐਕਟ ਹੁੰਦਾ ਉਹ ਦੁਨੀਆ 'ਚ ਰਿਲੈਕਸ ਕਰ ਦਿੱਤਾ ਜਾਵੇ, ਪਰ ਮੈਂ ਇੰਡੀਆ ਦੇ ਅੰਦਰ ਨਹੀਂ ਕਰਨਾ। ਇੰਡੀਆ ਦੇ ਅੰਦਰ ਉਹ ਪੇਟੈਂਟ ਵਾਲਾ ਕਾਨੂੰਨ ਕੌਣ ਰਿਲੈਕਸ ਕਰੂਗਾ? ਮੋਦੀ ਸਾਹਿਬ ਕਰਨਗੇ। ਆਪਣੇ ਮੁਲਕ 'ਚ ਅਗਰ ਕਰ ਦੇਣ ਤੇ ਬਹੁਤ ਸਾਰੀਆਂ ਕੰਪਨੀਆਂ ਇਹ ਕੋਵਿਸ਼ੀਲਡ ਔਰ ਕੋਵੈਕਸਿਨ ਬਣਾ ਸਕਦੀਆਂ, ਉਹਨਾਂ ਨੂੰ ਤਾਂ ਕਰ ਨਹੀਂ ਰਹੇ। ਔਰ ਦੁਨੀਆ 'ਚ ਅਮਰੀਕਾ ਔਰ ਸਾਰਿਆਂ ਨੂੰ ਕਹਿ ਰਹੇ ਆ ਕਿ ਜਿਹੜਾ ਇੰਟਰਨੈਸ਼ਨਲ ਕਾਨੂੰਨ ਆ ਉਹਨੂੰ ਅਜੇ ਫਿਲਹਾਲ ਬੰਦ ਕਰ ਦਿਓ। ਤੁਸੀਂ ਆਪਣੇ ਮੁਲਕ 'ਚ ਕਿਉਂ ਨਹੀਂ ਕਰ ਰਹੇ? ਬਹੁਤ ਸਾਰੇ ਮੁਲਕ ਸਾਡੇ 'ਤੇ ਸਵਾਲ ਕਰ ਰਹੇ ਆ, ਪਰ ਇਹ ਤਾਂ ਹੁਣ ਕਿਸੇ ਦਾ ਜਵਾਬ ਦਿੰਦੇ ਨਹੀਂ ਆ, ਕਿਉਂਕਿ ਕੋਈ ਪ੍ਰੈਸ ਕਾਨਫਰੰਸ ਕਰਦੇ ਨਹੀਂ ਜਿੱਥੇ ਸਾਹਮਣੇ ਤੁਹਾਡੇ ਵਰਗੇ ਲੋਕ ਬੈਠੇ ਹੋਣ, ਇਹਨਾਂ ਤੋਂ ਪੁੱਛਣ। ਇਹ ਵਨ ਸਾਈਡਡ ਆਪਣਾ ਭਾਸ਼ਣ ਦਿੱਤਾ, ਫਿਰ ਗੱਡੀ 'ਚ ਬੈਠੇ ਗਏ। ਕੱਲ੍ਹ ਉੱਥੇ ਮਿਨਿਸਟਰਾਂ ਨੂੰ ਅਰੈਸਟ ਕਰ ਲਿਆ ਵੈਸਟ ਬੰਗਾਲ 'ਚ, ਔਰ ਉੱਥੇ ਜਿਹੜਾ ਇਹਨਾਂ ਦਾ ਅਧਿਕਾਰੀ ਆ ਔਰ ਦੂਸਰਾ ਹੈਗਾ ਜਿਹੜੇ ਹੁਣ ਬੀਜੇਪੀ ਜੁਆਇਨ ਕਰਕੇ ਉਹਨਾਂ ਦਾ ਕੇਸ। ਅੱਛਾ, ਉਹ 4-5 ਇਕੱਠੇ ਸੀ, ਮਿਨਿਸਟਰ ਸੀ ਸਾਰੇ, ਕੋਈ ਹੋ ਸਕਦਾ ਐਲੀਗੇਸ਼ਨ ਹੋਵੇ, ਮੈਨੂੰ ਨਹੀਂ ਉਹਦੀ ਜਾਣਕਾਰੀ ਨਹੀਂ, ਪਰ ਤੁਸੀਂ ਜੇ 5 ਸੀ ਤੇ 5 ਨੂੰ ਫੜੋ ਨਾ। ਹੁਣ ਜਿਹੜੇ 2 ਬੀਜੇਪੀ ਨੂੰ ਜੁਆਇਨ ਕਰਕੇ ਉਹਨਾਂ ਨੂੰ ਹੱਥ ਨਹੀਂ ਲਿਆ, ਬਾਕੀਆਂ ਨੂੰ ਫੜ ਲਿਆ। ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿੱਚ ਖੜੇ ਆ ਤੇ ਗਵਾਂਢੀ ਜ਼ਿਲ੍ਹਾ ਨਵਾਂ ਬਣਿਆ ਮਲੇਰਕੋਟਲਾ ਹੈਗਾ ਵਾ। ਮਲੇਰਕੋਟਲਾ ਦਾ ਐਲਾਨ ਹੁੰਦਾ ਵਾ ਤਾਂ ਜੋਗੀ ਨੇ ਜਿਹੜੇ ਜੋਗੀ ਦਾ ਇਤਰਾਜ਼ ਜਤਾਉਂਦੇ ਨੇ। ਪੰਜਾਬ ਬੀਜੇਪੀ ਦੇ ਤਰੁਣ ਚੁੱਗ ਉਹਨਾਂ ਦਾ ਵੀ ਬਿਆਨ ਆਇਆ ਵਾ, ਉਹ ਵੀ ਕਹਿੰਦੇ ਨੇ ਵੀ ਇਹ ਸੰਪਰਦਾਇਕਤਾ ਨਾਲ ਜੁੜਿਆ ਹੋਇਆ ਮਾਮਲਾ ਵਾ। ਇਹ ਵਿਸ਼ੇਸ਼ ਦਿਨ ਉੱਤੇ ਜਿਹੜਾ ਮੁੱਖ ਮੰਤਰੀ ਨੇ ਐਲਾਨ ਕੀਤਾ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਜੀ ਨੇ ਕੀਤਾ, ਉਹ ਜਿਹੜੀ ਉਹਨਾਂ ਨੇ ਗੁਰੂਆਂ ਦੀ ਸੇਵਾ ਕੀਤੀ ਉਸ ਕਰਕੇ ਕੀਤਾ ਹੈਗਾ। ਇਹਦੇ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਕੋਈ ਮੁਸਲਮਾਨ ਪਾਪੂਲੇਸ਼ਨ ਵੈਸੇ ਹੀ ਨਹੀਂ ਜ਼ਿਆਦਾ ਹੈਗੀ ਪੰਜਾਬ 'ਚ, ਤੇ ਉਹ ਕੀ ਆ? ਅੱਛਾ, ਉਹਨਾਂ ਨੂੰ ਹਿੰਦੂ ਮੁਸਲਿਮ ਤੋਂ ਇਲਾਵਾ ਕੁਛ ਯਾਦ ਨਹੀਂ ਆਉਂਦਾ।
ਮੋਦੀ ਸਾਹਿਬ ਤੋਂ ਬਾਅਦ, ਅਮਿਤ ਸ਼ਾਹ ਤੋਂ ਬਾਅਦ ਹੁਣ ਉਹਨੂੰ ਤਿਆਰ ਕਰ ਰਹੇ ਆ ਕਿ ਮੁਲਕ 'ਚ ਦੰਗੇ ਕਰਾ ਔਰ ਸਾਰਾ ਕੁਝ ਕਰਾ, ਤੇ ਯੋਗੀ ਸਾਹਿਬ ਤਾਂ ਇਹੀ ਕੰਮ ਕਰਦੇ ਆ। ਅੱਛਾ, ਉਹਨਾਂ ਦੇ 2-3 ਹਜ਼ਾਰ ਤਾਂ ਲਾਸ਼ਾਂ ਮਿਲ ਗਈਆਂ ਗੰਗਾ 'ਚ, ਉਹ ਆਪਣਾ ਤਾਂ ਪ੍ਰਦੇਸ਼ ਸੰਭਾਲਣ ਪਹਿਲਾਂ। ਆਮ ਆਦਮੀ ਪਾਰਟੀ ਵਾਰ-ਵਾਰ ਇਹ ਗੱਲ ਕਰਦੀ ਸੀ ਵੀ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਅਸੀਂ ਸਥਾਪਿਤ ਕਰਾਂਗੇ, ਸਿਹਤ ਸੇਵਾਵਾਂ ਦੀ ਗੱਲ ਕਰਦੇ ਸੀਗੇ। ਅੱਜ ਦਿੱਲੀ ਦੇ ਵਿੱਚ ਸਿਹਤ ਸੇਵਾਵਾਂ ਦਾ ਕੀ ਹਾਲ ਹੈਗਾ ਵਾ, ਕਿਵੇਂ ਤੁਸੀਂ ਮੁਕਾਬਲਾ ਕਰੋਗੇ? ਨਹੀਂ, ਸਾਡੀ ਸਿਹਤ ਸਹੂਲਤਾਂ ਬਹੁਤ ਵਧੀਆ ਹੈਗੀਆਂ ਦਿੱਲੀ 'ਚ। ਅੱਛਾ, ਦਿੱਲੀ ਦੀ ਹਾਲਤ ਇਹ ਸੀ, ਨਾ ਕਿਤੇ ਬੈੱਡ ਮਿਲੇ, ਨਾ ਕਿਤੇ ਆਕਸੀਜਨ ਮਿਲੇ, ਨਾ ਕਿਸੇ ਹਸਪਤਾਲ 'ਚ ਕੋਈ ਪ੍ਰਬੰਧ, ਸਾਰਾ ਕਚੁੰਬਰ ਨਿਕਲ ਗਿਆ। ਠੀਕ ਹੈ, ਤੇ ਇਹਨਾਂ ਦੀਆਂ ਹੈਲਥ ਸੇਵਾਵਾਂ ਕਿੱਥੇ ਗਈਆਂ ਜੀ? ਇਹਨਾਂ ਦੀ ਮੁਹੱਲਾ ਕਲੀਨਿਕ ਕਿੱਥੇ ਗਈ ਕੇਜਰੀਵਾਲ ਸਾਹਿਬ ਦੀ? ਕੇਜਰੀਵਾਲ ਸਾਹਿਬ ਨੇ, ਅੱਛਾ ਕਿੱਡਾ ਛੋਟਾ ਦਿੱਲੀ ਤਾਂ ਕੀ ਹੈ, 1.5-2 ਕਰੋੜ ਲੋਕ ਰਹਿੰਦੇ, ਉਹ ਤਾਂ ਇਹਨਾਂ ਤੋਂ ਪ੍ਰਬੰਧ ਨਹੀਂ ਹੋਏ। ਪੰਜਾਬ 'ਚ ਕੀ ਗੱਲਾਂ ਕਰਦੇ ਹੈਗੇ ਆ? ਦੇਸ਼ ਵਿਦੇਸ਼ ਟਾਈਮ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੋਨਾ। ਜਿਵੇਂ ਕਿ ਕਰੋਨਾ ਮਹਾਮਾਰੀ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਜ਼ੋਰ ਫੜਿਆ ਹੈ, ਜਿਸ ਕਰਕੇ ਸਰਕਾਰਾਂ ਨੂੰ ਲੋਕਡਾਊਨ ਲਗਾਉਣਾ ਪਿਆ, ਸੋ ਉਸ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨਾਕਾਮੀਆਂ ਨੇ ਉਹ ਸਾਹਮਣੇ ਆਈ ਨੇ, ਪਰ ਨਾਕਾਮੀਆਂ ਜਿਹੜੀਆਂ ਸਰਕਾਰਾਂ ਇੱਕ ਦੂਜੇ ਉੱਤੇ ਸੁੱਟ ਰਹੀਆਂ ਨੇ। ਕੇਂਦਰ ਸਰਕਾਰ ਪੰਜਾਬ ਉੱਤੇ ਸੁੱਟ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਉੱਤੇ ਸੁੱਟ ਰਹੀ ਹੈ। ਸਾਡੇ ਨਾਲ ਡਾਕਟਰ ਅਮਰ ਸਿੰਘ ਨੇ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ, ਨਾਲ ਗੱਲਬਾਤ ਕਰਾਂਗੇ ਸਾਰੇ ਮਸਲੇ ਦੇ। ਡਾਕਟਰ ਸਾਹਿਬ, ਕਰੋਨਾ ਮਹਾਮਾਰੀ ਗੰਭੀਰ ਰੂਪ ਲੈ ਚੁੱਕੀ ਹੈ, ਪਰ ਸਰਕਾਰਾਂ ਇੱਕ ਦੂਜੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋਏ ਵੀ, ਉਹ ਕੇਂਦਰ ਸਰਕਾਰ ਕਹਿੰਦੀ ਹੈ ਪੰਜਾਬ ਦੀ ਜ਼ਿੰਮੇਵਾਰੀ ਹੈ, ਪੰਜਾਬ ਕਹਿੰਦੀ ਹੈ ਕੇਂਦਰ ਦੀ ਜ਼ਿੰਮੇਵਾਰੀ। ਕੀ ਕਾਰਨ ਹੈ ਸਾਰੇ ਜਿਹਦੇ? ਦੇਖੋ ਧੁੰਨਾ ਸਾਹਿਬ, ਮਿਹਰਬਾਨੀ ਤੁਹਾਡੀ, ਤੁਸੀਂ ਇਹ ਸਵਾਲ ਪੁੱਛਿਆ। ਦੇਖੋ, ਜ਼ਿੰਮੇਵਾਰੀ ਮੈਨੂੰ ਇਹ ਪਹਿਲਾਂ ਗੱਲ ਕਰੀਏ ਕਿ ਪਿਛਲੇ ਸਾਲ ਐਪੀਡੈਮਿਕ ਐਕਟ ਕਿਹਨੇ ਲਗਾਇਆ ਸੀ ਸਾਰੇ ਹਿੰਦੁਸਤਾਨ 'ਚ? ਮੋਦੀ ਸਾਹਿਬ ਨੇ। ਔਰ ਉਹਦੇ 'ਚ ਉਹ ਐਕਟ ਅਜੇ ਵੀ ਲਾਗੂ ਆ। ਉਸ ਐਕਟ ਵਿੱਚ ਕਿਸੇ ਸਟੇਟ ਦੀ, ਕਿਸੇ ਸੂਬੇ ਦੀ ਕੋਈ ਪਾਵਰ ਨਹੀਂ ਆ। ਸਾਰੇ ਸੂਬੇ ਸਿਰਫ ਔਰ ਸਿਰਫ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚੱਲਣਗੇ। ਇਹ ਮਤਲਬ ਐਕਟ ਜਿਹੜਾ ਕਹਿੰਦਾ ਹੈਗਾ, ਠੀਕ ਹੈ ਜੀ। ਇਹ ਐਕਟ ਉਦੋਂ ਲਾਇਆ ਜਾਂਦਾ ਹੈਗਾ ਜਦੋਂ ਕਿਤੇ ਮਹਾਮਾਰੀ ਹੋ ਜਾਏ, ਦੂਸਰਾ ਤੀਸਰਾ ਹੋ ਜਾਏ। 2005 ਦਾ ਹੈਗਾ, ਵੈਸੇ ਤਾਂ ਪਹਿਲਾਂ ਉਦੋਂ ਅੰਗਰੇਜ਼ਾਂ ਦੇ ਵੇਲੇ ਹੋਇਆ ਸੀ, ਉਦੋਂ ਦਾ ਵਾ। ਹੁਣ ਤੁਸੀਂ ਇਹ ਸੋਚੋ ਵੀ ਸਟੇਟਾਂ ਨੂੰ ਤਾਂ ਬੰਨ੍ਹਤਾ। ਪਿਛਲਾ ਸਾਰਾ ਸਾਲ ਮੋਦੀ ਸਾਹਿਬ TV ਤੇ ਆਉਂਦੇ ਰਹੇ। ਇਸ ਸਾਲ ਸਾਇੰਟਿਸਟਾਂ ਦੀ ਰਿਪੋਰਟ ਜਿਹੜੀ ਜਨਵਰੀ 'ਚ ਆਈ, ਫਰਵਰੀ 'ਚ ਆਈ, ਉਹਨਾਂ ਨੇ ਪੜ੍ਹੀ ਨਹੀਂ, ਕਿਉਂਕਿ ਉਹ ਤਾਂ ਬੰਗਾਲ ਜਿੱਤਣ 'ਚ ਲੱਗੇ ਹੋਏ ਸੀ। ਉਹ ਔਰ ਅਮਿਤ ਸ਼ਾਹ ਜੀ, ਗ੍ਰਹਿ ਮੰਤਰੀ, ਜਿਹਦੀ ਮਿਨਿਸਟਰੀ 'ਚ ਉਹ ਐਕਟ ਲਾਗੂ ਹੁੰਦਾ, ਤੇ ਦੋਵੇਂ ਜਿਹੜੇ ਤਾਂ ਕਿਤੇ ਹੋਰ ਤੁਰੇ ਫਿਰਦੇ ਸੀ। ਦੇਖਿਆ ਨਹੀਂ, ਕੇਸਦ ਵੱਧਦੇ ਗਏ। ਔਰ ਜਦੋਂ 3 ਲੱਖ ਤੋਂ ਕ੍ਰਾਸ ਹੋ ਗਏ, ਇਹਨਾਂ ਨੂੰ ਲੱਗਿਆ ਯਾਰ ਇਹ ਤਾਂ ਬਹੁਤ ਨੁਕਸਾਨ ਹੋ ਗਿਆ। ਔਰ ਇਹਨਾਂ ਤੋਂ ਪਹਿਲਾਂ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਕਹਿਤਾ ਕਿ ਮੈਂ ਕੋਈ ਰੈਲੀ ਨਹੀਂ ਕਰੂੰਗਾ ਕਿਉਂਕਿ ਕੇਸਸ ਬਹੁਤ ਵੱਧ ਗਿਆ। ਇਹਨਾਂ ਨੂੰ ਲੱਗਿਆ ਯਾਰ ਰਾਹੁਲ ਗਾਂਧੀ ਨੇ ਵੀ ਕਹਿਤਾ, ਜੇ ਹੁਣ ਆਪਾਂ ਕਰਾਂਗੇ ਕੀ? ਤੇ ਦੂਸਰੇ ਦਿਨ ਮੋਦੀ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਆਪਣੀ ਰੈਲੀ ਕੈਂਸਲ ਕਰਦਾ। ਇਹ ਤਾਂ ਇਸ ਮੁਲਕ 'ਚ ਮੈਂ ਕਈ ਜਗ੍ਹਾ ਬੋਲ ਚੁੱਕਿਆ, ਸਾਨੂੰ ਬਹੁਤ ਅਫਸੋਸ ਹੈ ਕਿ ਅਸੀਂ ਇੱਕ ਬਹੁਤ ਗੈਰ ਜ਼ਿੰਮੇਦਾਰ ਪ੍ਰਧਾਨ ਮੰਤਰੀ ਅਸੀਂ ਲੋਕਾਂ ਨੇ ਬਣਾਇਆ, ਜਿਹੜਾ ਰਾਜਨੀਤੀ 'ਚ ਇਲੈਕਸ਼ਨ ਵਿਨਿੰਗ ਮਸ਼ੀਨ ਦਾ ਮੁਖੀਆ ਹੈਗਾ, ਮੁਲਕ ਦਾ ਮੁਖੀਆ ਨਹੀਂ ਹੈਗਾ। ਤੇ ਉਹ ਦੂਸਰਿਆਂ ਦੀ ਗੱਲ ਨਾ ਕਰ, ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਾਹਿਬ ਦੀ, BJP ਦੀ, ਕੇਂਦਰ ਸਰਕਾਰ ਦੀ ਆ। ਉਹਨਾਂ ਦੀ ਜ਼ਿੰਮੇਵਾਰੀ ਸੀ। ਅੱਛਾ, ਸਾਰੇ ਬਜਟ 'ਚ ਕਹਿੰਦੇ ਜੀ ਅਸੀਂ ਤਾਂ ਜੀ ਡਬਲ ਕਰਤਾ ਹੈਲਥ ਦਾ ਬਜਟ। ਉਹਦੇ 'ਚ ਡਰਿੰਕਿੰਗ ਵਾਟਰ ਦਾ ਬਜਟ 90,000 ਕਰੋੜ ਪਾ ਕੇ ਤੇ ਕਹਿਤਾ ਕਿ ਅਸੀਂ ਡਬਲ ਕਰਤਾ। 35,000 ਕਰੋੜ ਰੱਖਿਆ ਸੀ ਕਰੋਨਾ ਵੈਕਸੀਨ ਦਾ। ਹੁਣ ਸਾਰੀ ਦੁਨੀਆ ਕਹਿੰਦੀ ਆ ਕਿ ਕਰੋਨਾ ਵੈਕਸੀਨ ਇੱਕ ਉਹ ਚੀਜ਼ ਆ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ, ਉਹ ਆਪਣਾ ਕਰੋਨਾ ਮੁਲਕ 'ਚ ਘਟਾ ਸਕਦੀ। ਮੁਲਕ ਨਹੀਂ, ਸਾਰੀ ਦੁਨੀਆ 'ਚ। ਇਹ ਭਾਈ ਸਾਹਿਬ ਨੇ ਹੁਣ ਕੀ ਕੀਤਾ? ਅੱਛਾ, ਹੁਣ ਸਟੇਟਾਂ ਨੂੰ ਕਹੀ ਜਾਂਦੇ ਕਿ ਤੁਸੀਂ ਆਪ ਖਰੀਦ ਲਓ, ਕੰਪਨੀਆਂ ਨੂੰ ਕਿਹਾ ਆਪਣਾ ਭਾਅ ਬਣਾ ਲਓ। ਅਰੇ ਕੰਪਨੀਆਂ ਤਾਂ ਪ੍ਰਾਈਵੇਟ ਨੇ, ਉਹ ਤਾਂ ਭਾਅ ਬਣਾਉਣਗੀਆਂ ਉਸ ਹਿਸਾਬ ਨਾਲ ਜਿਨ੍ਹਾਂ ਨੂੰ ਅਰਬਾਂ ਖਰਬਾਂ ਉਹਨਾਂ ਨੂੰ ਬਚਣ। ਕੇਂਦਰ ਸਰਕਾਰ 'ਚ 35,000 ਕਰੋੜ ਇਹਨਾਂ ਰੱਖਿਆ ਸੀ ਬਜਟ 'ਚ, ਉਹਦੇ ਨਾਲ 60 ਤੋਂ 70,000 ਕਰੋੜ ਲੋਕਾਂ ਨੂੰ ਇਹ ਟੀਕਾ ਲਾ ਸਕਦੇ। ਪਹਿਲਾਂ ਤਾਂ ਇਹ 35,000 ਕਰੋੜ ਨੂੰ ਕਿੱਥੇ ਲਿਜਾ ਰਹੇ ਜੀ?
ਫਿਰ ਪੀਐਮ ਕੇਅਰ ਫੰਡ ਜਿਹੜਾ ਬਣਾਇਆ ਸੀ ਉਹਦੇ 'ਚ 35-40 ਹਜ਼ਾਰ ਕਰੋੜ ਪਿਆ ਹੈਗਾ, ਉਹਦਾ ਕੀ ਕਰ ਰਹੇ ਹੈਗੇ ਆ? ਜਿੰਨੇ ਵੈਂਟੀਲੇਟਰ ਦਿੱਤੇ ਉਹ ਸਾਰੇ ਖਰਾਬ ਪਏ ਹੈਗੇ ਆ। ਇਹ ਤਾਂ ਇੰਨਾ ਖਰਾਬ ਕੰਮ ਕੀਤਾ ਕੇਂਦਰ ਸਰਕਾਰ ਨੇ। ਉੱਥੇ ਮੈਂ ਕੇਂਦਰ ਸਰਕਾਰ 'ਚ ਆਪ ਰਿਹਾ, ਕੰਮ ਇਸ ਕਰਕੇ ਖਰਾਬ ਹੋ ਰਿਹਾ ਕਿ ਮੋਦੀ ਸਾਹਿਬ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ। ਪੀਐਮਓ ਇੱਕ ਕੱਲਾ, ਜੇ ਉਹਨਾਂ ਤੋਂ ਆਰਡਰ ਹੋ ਜਾਂਦਾ ਤੇ ਡਿਪਾਰਟਮੈਂਟ ਕੁਛ ਆਰਡਰ ਕੱਢ ਦਿੰਦੇ, ਨਹੀਂ ਤਾਂ ਬੈਠੇ ਰਹਿੰਦੇ ਆ। ਉਹ ਜਿਹੜੀ ਓਵਰ ਸੈਂਟਰਲਾਈਜੇਸ਼ਨ ਹੋਈ ਮੁਲਕ 'ਚ, ਉਹ ਨੁਕਸਾਨ ਹੋਇਆ। ਵੈਕਸੀਨ ਦੀ ਗੱਲ ਕੀਤੀ ਹੈ, ਵੈਂਟੀਲੇਟਰਸ ਦੀ ਗੱਲ ਕੀਤੀ ਹੈ, ਪਰ ਬੀਜੇਪੀ ਦੇ ਪੰਜਾਬ ਦੀ ਆਪਾਂ ਜੇ ਗੱਲ ਕਰੀਏ, ਪੰਜਾਬ ਦੇ ਲੀਡਰ ਵੀ ਕਹਿੰਦੇ ਸੈਂਟਰ ਵੱਲੋਂ ਵੀ ਇਹੀ ਬਿਆਨ ਆਉਂਦੇ ਵੀ ਕਾਂਗਰਸ ਪਾਰਟੀ ਖਾਸ ਉੱਤੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੀ ਹੈ। ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕੈਂਪ ਲਗਾਏ ਗਏ ਸੀ, ਥਾਂ ਥਾਂ ਕੈਂਪ ਲੱਗੇ ਸੀ, ਹੁਣ ਚਹੇਤਿਆਂ ਨੂੰ ਕੈਂਪ ਵੰਡ ਦਿੱਤੇ ਗਏ ਆ। ਵੈਕਸੀਨ ਵੀ ਪ੍ਰੋਪਰ ਨਹੀਂ ਹੋ ਰਹੀ, ਵੈਂਟੀਲੇਟਰ ਦੀ ਜਿਹੜੀ ਰੱਖ ਰਖਾਵ ਉਹ ਵੀ ਪੰਜਾਬ ਗਵਰਨਮੈਂਟ ਪ੍ਰੋਪਰ ਨਹੀਂ ਕਰ ਰਹੀ। ਅਰੇ ਕੀ ਗੱਲਾਂ ਕਰੀ ਜਾਂਦੇ ਆ, 300-350 ਐਂ ਕਰਨਾ। ਹੁਣ ਮੋਦੀ ਸਾਹਿਬ ਨੇ ਕਿਹਾ ਆਡਿਟ ਕਰਾਉਣ, ਉਹਨਾਂ 'ਚੋਂ ਪਤਾ ਕਰ ਲੈਣ ਕਿੰਨੀਆਂ ਮਸ਼ੀਨਾਂ, ਆਪ ਆਪਣੇ ਬੰਦੇ, ਫਿਰ ਇਹਨਾਂ ਨੇ ਉੱਥੇ ਮਕੈਨਿਕ ਭੇਜੇ ਠੀਕ ਕਰਨ ਲਈ। ਕਿਉਂ ਤੁਸੀਂ ਮਕੈਨਿਕ ਕਿਉਂ ਫਿਰ ਕੇਂਦਰ ਸਰਕਾਰ ਨੇ ਭੇਜੇ ਜੀ? ਜੇ ਤੁਹਾਡੀਆਂ ਮਸ਼ੀਨਾਂ ਠੀਕ ਸੀ, ਤੁਸੀਂ ਕਹਿੰਦੇ ਨਹੀਂ ਸਾਡੀਆਂ ਮਸ਼ੀਨਾਂ ਠੀਕ ਨੇ। ਪੰਜਾਬ ਸਰਕਾਰ ਨੇ ਇੰਨਾ ਵਧੀਆ ਕੰਮ ਕੀਤਾ। ਮੈਂ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਆ, ਸਾਡੀ ਫਾਈਨੈਂਸ਼ੀਅਲ ਹਾਲਤ ਅੱਛੀ ਨਹੀਂ ਆ। ਮੈਂ ਕਹੂੰਗਾ ਸਾਡਾ ਮੁੱਖ ਮੰਤਰੀ, ਸਾਡੇ ਵਿੱਤ ਮੰਤਰੀ, ਸਾਡੇ ਹੈਲਥ ਮਿਨਿਸਟਰ, ਤਿੰਨਾਂ ਨੇ ਬਹੁਤ ਵਧੀਆ ਕੰਮ ਕੀਤਾ। ਕਿਤੇ ਸਾਨੂੰ ਕੋਈ ਤਕਲੀਫ ਨਹੀਂ ਆ ਰਹੀ। ਇੱਥੇ ਸਾਨੂੰ ਰਾਏਕੋਟ 'ਚ, ਹੁਣ ਮੈਂ ਰਾਏਕੋਟ ਹੀ ਹਾਂ, ਸਾਨੂੰ ਤਾਂ ਟੀਕਿਆਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ। ਵਿੱਚੋਂ ਥੋੜ੍ਹੇ ਜਿਹੇ ਘੱਟ ਹੋਏ ਸੀ, ਹੁਣ ਫਿਰ ਮਿਲਣ ਲੱਗ ਪਏ ਆ। ਅਰੇ ਜਿੰਨੇ ਦਓਗੇ, ਅੱਛਾ 30 ਲੱਖ ਟੀਕੇ ਦਾ ਆਰਡਰ ਵੀ ਦੇ ਦਿੱਤਾ ਕਿ ਅਸੀਂ ਪ੍ਰਾਈਵੇਟ ਤੋਂ ਖਰੀਦਾਂਗੇ। ਉਹ ਕੰਪਨੀਆਂ ਕਹਿੰਦੀਆਂ ਅਸੀਂ ਤਾਂ ਜੁਲਾਈ ਅਗਸਤ ਤੋਂ ਪਹਿਲਾਂ ਤੁਹਾਨੂੰ ਦੇਣਾ ਨਹੀਂ ਆ। ਤੇ ਕੰਪਨੀਆਂ ਨੂੰ ਇੰਨਾ ਖੁੱਲ੍ਹਾ ਕਿਉਂ ਛੱਡਿਆ ਜੀ? ਕੇਂਦਰ ਸਰਕਾਰ ਆਪਣਾ ਕਾਨੂੰਨ ਕਹਿੰਦਾ ਕਿਉਂ ਨਹੀਂ ਉਸ ਹਿਸਾਬ ਨਾਲ? ਇਹ ਗੱਲ ਉੱਥੇ ਜਿਹੜਾ ਫਾਰਮੂਲਾ ਵਾ ਹੋਰ ਕੰਪਨੀਆਂ ਨੂੰ ਦੇ ਦੇਣਾ ਚਾਹੀਦਾ ਤਾਂ ਜਿਹੜੀ ਵੈਕਸੀਨ ਦੀ ਘਾਟ ਉਹ ਪੂਰੀ ਹੋ ਸਕੇ। ਸੈਂਟਰ ਗਵਰਨਮੈਂਟ ਇਸ ਤੇ ਧਿਆਨ ਕਿਉਂ ਨਹੀਂ ਦਿੰਦੀ ਹੈਗੀ? ਦੇਖੋ, ਇਹ ਤਾਂ ਅਫਸੋਸ ਦੀ ਗੱਲ ਹੈ ਕਿ ਇਹ ਕਹਿ ਰਹੇ ਆ ਕਿ ਜਿਹੜਾ ਪੇਟੈਂਟ ਐਕਟ ਹੁੰਦਾ ਉਹ ਦੁਨੀਆ 'ਚ ਰਿਲੈਕਸ ਕਰ ਦਿੱਤਾ ਜਾਵੇ, ਪਰ ਮੈਂ ਇੰਡੀਆ ਦੇ ਅੰਦਰ ਨਹੀਂ ਕਰਨਾ। ਇੰਡੀਆ ਦੇ ਅੰਦਰ ਉਹ ਪੇਟੈਂਟ ਵਾਲਾ ਕਾਨੂੰਨ ਕੌਣ ਰਿਲੈਕਸ ਕਰੂਗਾ? ਮੋਦੀ ਸਾਹਿਬ ਕਰਨਗੇ। ਆਪਣੇ ਮੁਲਕ 'ਚ ਅਗਰ ਕਰ ਦੇਣ ਤੇ ਬਹੁਤ ਸਾਰੀਆਂ ਕੰਪਨੀਆਂ ਕੋਵਿਸ਼ੀਲਡ ਔਰ ਕੋਵੈਕਸਿਨ ਬਣਾ ਸਕਦੀਆਂ, ਉਹਨਾਂ ਨੂੰ ਤਾਂ ਕਰ ਨਹੀਂ ਰਹੇ। ਔਰ ਦੁਨੀਆ 'ਚ ਅਮਰੀਕਾ ਔਰ ਸਾਰਿਆਂ ਨੂੰ ਕਹਿ ਰਹੇ ਆ ਕਿ ਜਿਹੜਾ ਇੰਟਰਨੈਸ਼ਨਲ ਕਾਨੂੰਨ ਆ ਉਹਨੂੰ ਅਜੇ ਫਿਲਹਾਲ ਬੰਦ ਕਰ ਦਿਓ। ਤੁਸੀਂ ਆਪਣੇ ਮੁਲਕ 'ਚ ਕਿਉਂ ਨਹੀਂ ਕਰ ਰਹੇ? ਬਹੁਤ ਸਾਰੇ ਮੁਲਕ ਸਾਡੇ 'ਤੇ ਸਵਾਲ ਕਰ ਰਹੇ ਆ, ਪਰ ਇਹ ਤਾਂ ਹੁਣ ਕਿਸੇ ਦਾ ਜਵਾਬ ਦਿੰਦੇ ਨਹੀਂ ਆ, ਕਿਉਂਕਿ ਕੋਈ ਪ੍ਰੈਸ ਕਾਨਫਰੰਸ ਕਰਦੇ ਨਹੀਂ ਜਿੱਥੇ ਸਾਹਮਣੇ ਤੁਹਾਡੇ ਵਰਗੇ ਲੋਕ ਬੈਠੇ ਹੋਣ, ਇਹਨਾਂ ਤੋਂ ਪੁੱਛਣ। ਇਹ ਵਨ ਸਾਈਡਡ ਆਪਣਾ ਭਾਸ਼ਣ ਦਿੱਤਾ, ਫਿਰ ਗੱਡੀ 'ਚ ਬੈਠੇ ਗਏ। ਡਾਕਟਰ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਸ਼੍ਰੀ ਨਵਾਜ਼ ਬੀਵੀ, ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਕਿਉਂਕਿ ਉਹ ਲੰਬੇ ਸਮੇਂ ਤੋਂ ਸੇਵਾ ਵਿੱਚ ਲੱਗੇ ਹੋਏ ਸੀ। ਪੁੱਛਗਿੱਛ ਕੀਤੀ ਗਈ ਕ੍ਰਾਈਮ ਬ੍ਰਾਂਚ ਵੱਲੋਂ, ਕਾਂਗਰਸ ਵੱਲੋਂ ਕੈਂਪੇਨ ਵੀ ਛਿੜੇਗੀ ਆ। ਕਿੱਧਰ ਨੂੰ ਸਿਆਸਤ ਜਾ ਰਹੀ ਹੈ ਇਹ? ਇਹ ਤਾਂ ਦੇਖੋ, ਉਹ ਸਾਡੇ ਤੋਂ ਕੀਤੀ ਔਰ ਕੱਲ ਉੱਥੇ ਮਿਨਿਸਟਰਾਂ ਨੂੰ ਅਰੈਸਟ ਕਰ ਲਿਆ ਵੈਸਟ ਬੰਗਾਲ 'ਚ। ਔਰ ਉੱਥੇ ਜਿਹੜਾ ਇਹਨਾਂ ਦਾ ਅਧਿਕਾਰੀ ਆ ਔਰ ਦੂਸਰਾ ਹੈਗਾ ਜਿਹੜੇ ਹੁਣ ਬੀਜੇਪੀ ਜੁਆਇਨ ਕਰਕੇ ਉਹਨਾਂ ਦਾ ਕੇਸ, ਅੱਛਾ ਉਹ 4-5 ਇਕੱਠੇ ਸੀ, ਮਿਨਿਸਟਰ ਸੀ ਸਾਰੇ। ਕੋਈ ਹੋ ਸਕਦਾ ਐਲੀਗੇਸ਼ਨ ਹੋਵੇ, ਮੈਨੂੰ ਨਹੀਂ ਉਹਦੀ ਜਾਣਕਾਰੀ ਨਹੀਂ। ਪਰ ਤੁਸੀਂ ਜੇ 5 ਸੀ ਤੇ 5 ਨੂੰ ਫੜੋ ਨਾ। ਹੁਣ ਜਿਹੜੇ 2 ਬੀਜੇਪੀ ਨੂੰ ਜੁਆਇਨ ਕਰਕੇ ਉਹਨਾਂ ਨੂੰ ਹੱਥ ਨਹੀਂ ਲਿਆ, ਬਾਕੀਆਂ ਨੂੰ ਫੜ ਲਿਆ। ਅਰੇ ਇਹ ਤਾਂ ਇੰਨੀ ਵਿਤਕਰੇ ਵਾਲੀ ਪ੍ਰਸ਼ਾਸਨ ਕਰ ਰਿਹਾ। ਪਰ ਮੈਂ ਮੋਦੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਮੋਦੀ ਸਾਹਿਬ, ਸਾਰਾ ਹਿੰਦੁਸਤਾਨ ਦੇਖ ਰਿਹਾ, ਦੁਨੀਆ ਦੀ ਹਰ ਪ੍ਰੈਸ ਨੇ ਲਿਖਿਆ ਕਿ ਮੋਦੀ ਸਾਹਿਬ ਨੇ ਹਿੰਦੁਸਤਾਨ ਦਾ ਸੱਤਿਆਨਾਸ਼ ਕਰਤਾ। ਇੱਥੇ ਦੀ ਜਿਹੜੀ ਪ੍ਰੈਸ ਜਿਹੜੀ ਤੁਹਾਡੇ ਖਿਲਾਫ ਨਹੀਂ ਲਿਖਦੀ ਸੀ ਔਰ ਬੋਲਦੀ ਸੀ, ਹੁਣ ਸਭ ਲੋਕ ਕਹਿ ਰਹੇ ਆ ਕਿ ਸਾਡਾ ਸੱਤਿਆਨਾਸ਼ ਹੋ ਗਿਆ। ਤੁਸੀਂ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੇ ਹੋ? ਇਹ ਜਨਤਾ ਹੈਗੀ ਆ। ਜਨਤਾ ਜਦੋਂ ਵੋਟਾਂ ਪਾਉਂਦੀ ਆ, ਗੱਦੀ ਤੇ ਵੀ ਬਿਠਾਉਂਦੀ ਆ, ਔਰ ਇਹੀ ਜਨਤਾ ਗੱਦੀ ਤੋਂ ਲਾਉਣ ਲੱਗਿਆ ਵੀ ਟਾਈਮ ਨਹੀਂ ਲਾਉਂਦੀ। ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿੱਚ ਖੜੇ ਆ ਤੇ ਗਵਾਂਢੀ ਜ਼ਿਲ੍ਹਾ ਨਵਾਂ ਬਣਿਆ ਮਲੇਰਕੋਟਲਾ ਹੈਗਾ ਵਾ। ਮਲੇਰਕੋਟਲਾ ਦਾ ਐਲਾਨ ਹੁੰਦਾ ਵਾ ਤਾਂ ਜੋਗੀ ਨੇ, ਜਿਹੜੇ ਜੋਗੀ ਦਾ ਇਤਰਾਜ਼ ਜਤਾਉਂਦੇ ਨੇ। ਪੰਜਾਬ ਬੀਜੇਪੀ ਦੇ ਤਰੁਣ ਚੁੱਗ ਉਹਨਾਂ ਦਾ ਵੀ ਬਿਆਨ ਆਇਆ ਵਾ, ਉਹ ਵੀ ਕਹਿੰਦੇ ਨੇ ਵੀ ਇਹ ਸੰਪਰਦਾਇਕਤਾ ਨਾਲ ਜੁੜਿਆ ਹੋਇਆ ਮਾਮਲਾ ਵਾ। ਇਹ ਵਿਸ਼ੇਸ਼ ਦਿਨ ਉੱਤੇ ਜਿਹੜਾ ਮੁੱਖ ਮੰਤਰੀ ਨੇ ਐਲਾਨ ਕੀਤਾ ਵਾ। ਦੇਖੋ, ਮੈਨੂੰ ਤਾਂ ਇੰਨਾ ਅਫਸੋਸ ਹੈ, ਇਹਦਾ ਮਤਲਬ ਇਹਨਾਂ ਨੂੰ ਪੰਜਾਬ ਦੀ ਹਿਸਟਰੀ ਨਹੀਂ ਪਤਾ। ਮਲੇਰਕੋਟਲੇ ਦੀ ਹਿਸਟਰੀ ਜਿਹੜੀ ਉਹ ਸਾਡੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀ ਹੋਈ ਆ। ਜਦੋਂ ਸਰਹੰਦ ਦਾ ਸੂਬਾ ਸਰਦਾਰ ਜਿਹੜਾ ਸੀ ਵਜ਼ੀਰ ਖਾਨ, ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਚਿੰਡ ਰਿਹਾ ਸੀ, 2 ਲੋਕ ਸੀ ਜਿਨ੍ਹਾਂ ਨੇ ਇੱਥੋਂ ਦੇ ਰਾਏਕੋਟ ਦਾ ਰਾਏ ਕੱਲਾ ਔਰ ਇਹ ਆਪਣੇ ਮਲੇਰਕੋਟਲੇ ਵਾਲੇ, ਇਹਨਾਂ ਉਹਨੂੰ ਕਿਹਾ ਸੀ ਕਿ ਭਾਈ ਤੂੰ ਦੱਸ ਤਾਂ ਸਹੀ
ਤੇਰੀ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਆ, ਲੜਾਈ ਕਰਨਾ ਉਹਨਾਂ ਨਾਲ। ਇਹ ਛੋਟੇ 5-7 ਸਾਲ ਦੇ ਔਰ 9 ਸਾਲ ਦੇ ਬੱਚਿਆਂ ਨਾਲ ਕੀ ਦੁਸ਼ਮਣੀ ਆ? ਇਹਨਾਂ ਦਾ ਕਿਉਂ ਕਤਲ ਕਰ ਰਿਹਾ ਤੂੰ? ਉਹ ਤਾਂ ਸਿੱਖ ਇਤਿਹਾਸ ਵਿੱਚ ਨਾ ਆਉਂਦਾ ਕਿ ਉਹ ਗੁਰੂ ਗੋਬਿੰਦ ਸਿੰਘ ਨਾਲ ਖੜੇ ਰਹੇ ਆ। ਉਹ ਜਿਹੜਾ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਜੀ ਨੇ ਕੀਤਾ, ਉਹ ਜਿਹੜੀ ਉਹਨਾਂ ਨੇ ਗੁਰੂਆਂ ਦੀ ਸੇਵਾ ਕੀਤੀ, ਉਸ ਕਰਕੇ ਕੀਤਾ ਹੈਗਾ। ਇਹਦੇ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਕੋਈ ਮੁਸਲਮਾਨ ਪਾਪੂਲੇਸ਼ਨ ਵੈਸੇ ਹੀ ਨਹੀਂ ਜ਼ਿਆਦਾ ਹੈਗੀ ਪੰਜਾਬ 'ਚ, ਤੇ ਉਹ ਕੀ ਆ? ਅੱਛਾ, ਉਹਨਾਂ ਨੂੰ ਹਿੰਦੂ ਮੁਸਲਿਮ ਤੋਂ ਇਲਾਵਾ ਕੁਝ ਯਾਦ ਨਹੀਂ ਆਉਂਦਾ। ਔਰ ਮੋਦੀ ਸਾਹਿਬ ਤੋਂ ਬਾਅਦ, ਅਮਿਤ ਸ਼ਾਹ ਤੋਂ ਬਾਅਦ ਹੁਣ ਉਹਨੂੰ ਤਿਆਰ ਕਰ ਰਹੇ ਆ ਕਿ ਮੁਲਕ 'ਚ ਦੰਗੇ ਕਰਾ ਔਰ ਸਾਰਾ ਕੁਝ ਕਰਾ, ਤੇ ਯੋਗੀ ਸਾਹਿਬ ਤਾਂ ਇਹੀ ਕੰਮ ਕਰਦੇ ਆ। ਅੱਛਾ, ਉਹਨਾਂ ਦੇ 2-3 ਹਜ਼ਾਰ ਤਾਂ ਲਾਸ਼ਾਂ ਮਿਲ ਗਈਆਂ ਗੰਗਾ 'ਚ। ਉਹ ਆਪਣਾ ਤਾਂ ਪ੍ਰਦੇਸ਼ ਸੰਭਾਲਣ ਪਹਿਲਾਂ, ਸਾਫ਼ ਕਰਨ ਦੀ ਗੱਲ ਕੀਤੀ ਗਈ ਸੀਗੀ ਹੈ। ਅਰੇ ਗੰਗਾ ਦੀ ਤਾਂ ਹੁਣ ਕੀ ਕਰ ਸਕਦੇ ਆ? ਇਹ ਤਾਂ ਵਾਹਿਗੁਰੂ ਇਹਨਾਂ ਦਾ ਭਲਾ ਕਰੇ। ਇਹ ਐਡੇ ਝੂਠੇ ਲੋਕ ਨੇ ਵੀ ਝੂਠ ਬੋਲਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ। ਯੂਪੀ 'ਚ ਸਾਰੀਆਂ ਪੰਚਾਇਤ ਇਲੈਕਸ਼ਨਾਂ ਹਾਰੇ ਕਿ ਨਹੀਂ ਹਾਰੇ? ਗੱਲਾਂ ਮਾਰੀ ਜਾਂਦੇ ਆ। ਉਹ ਕੋਈ ਗੱਲ ਨਹੀਂ, ਅਗਲੀਆਂ ਅਸੈਂਬਲੀ ਇਲੈਕਸ਼ਨ ਆਉਣ ਦਿਓ, ਔਰ ਉਸ ਤੋਂ ਬਾਅਦ ਫਿਰ ਕੇਂਦਰ ਦੀਆਂ ਵੀ ਆਉਣੀਆਂ, ਪਤਾ ਲੱਗੂ। ਇਲੈਕਸ਼ਨ ਦੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਵਾਰ-ਵਾਰ ਇਹ ਗੱਲ ਕਰਦੀ ਸੀ ਵੀ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਅਸੀਂ ਸਥਾਪਿਤ ਕਰਾਂਗੇ। ਸਿਹਤ ਸੇਵਾਵਾਂ ਦੀ ਗੱਲ ਕਰਦੇ ਸੀਗੇ। ਅੱਜ ਦਿੱਲੀ ਦੇ ਵਿੱਚ ਸਿਹਤ ਸੇਵਾਵਾਂ ਦਾ ਕੀ ਹਾਲ ਹੈਗਾ ਵਾ? ਕਿਵੇਂ ਤੁਸੀਂ ਮੁਕਾਬਲਾ ਕਰੋਗੇ? ਨਹੀਂ, ਸਾਡੀ ਸਿਹਤ ਸਹੂਲਤਾਂ ਬਹੁਤ ਵਧੀਆ ਹੈਗੀਆਂ ਦਿੱਲੀ 'ਚ। ਦੇਖੋ, ਮੈਂ ਕਹਿੰਦਾ ਜਿਹੜਾ ਉੱਪਰ ਰੱਬ ਭਗਵਾਨ ਰਹਿੰਦਾ, ਉਹ ਸਭ ਦਾ ਨਿਆਂ ਕਰਦਾ। ਮੋਦੀ ਸਾਹਿਬ ਦੀ 56 ਇੰਚ ਦੀ ਛਾਤੀ ਜਨਵਰੀ ਫਰਵਰੀ 'ਚ ਵਰਲਡ ਇਕਨੋਮਿਕ ਫੋਰਮ 'ਚ ਕਹਿ ਰਹੇ ਕਿ ਅਸੀਂ ਹਿੰਦੁਸਤਾਨ ਤੋਂ ਕਰੋਨਾ ਭਜਾਤਾ, ਅਸੀਂ ਦੁਨੀਆ 'ਚ ਵੀ ਅਸੀਂ ਭਜਾਤਾ। ਆ ਸਾਡੀ ਹਾਲਤ ਦੇਖ ਲਓ। ਅੱਛਾ, ਦਿੱਲੀ ਦੀ ਹਾਲਤ ਇਹ ਸੀ, ਨਾ ਕਿਤੇ ਬੈੱਡ ਮਿਲੇ, ਨਾ ਕਿਤੇ ਆਕਸੀਜਨ ਮਿਲੇ, ਨਾ ਕਿਸੇ ਹਸਪਤਾਲ 'ਚ ਕੋਈ ਪ੍ਰਬੰਧ, ਸਾਰਾ ਕਚੁੰਬਰ ਨਿਕਲ ਗਿਆ। ਠੀਕ ਹੈ, ਤੇ ਇਹਨਾਂ ਦੀਆਂ ਹੈਲਥ ਸੇਵਾਵਾਂ ਕਿੱਥੇ ਗਈਆਂ ਜੀ? ਇਹਨਾਂ ਦੀ ਮੁਹੱਲਾ ਕਲੀਨਿਕ ਕਿੱਥੇ ਗਈ ਕੇਜਰੀਵਾਲ ਸਾਹਿਬ ਦੀ? ਕੇਜਰੀਵਾਲ ਸਾਹਿਬ ਨੇ, ਅੱਛਾ ਕਿੱਡਾ ਛੋਟਾ ਦਿੱਲੀ ਤਾਂ ਕੀ ਹੈ, 1.5-2 ਕਰੋੜ ਲੋਕ ਰਹਿੰਦੇ, ਉਹ ਤਾਂ ਇਹਨਾਂ ਤੋਂ ਪ੍ਰਬੰਧ ਨਹੀਂ ਹੋਏ। ਪੰਜਾਬ 'ਚ ਕੀ ਗੱਲਾਂ ਕਰਦੇ ਹੈਗੇ? ਪੰਜਾਬ 'ਚ ਜੋ ਮਰਜ਼ੀ ਕਹੀਏ, ਇੱਥੇ ਆਪਾਂ ਨੂੰ ਤਕਲੀਫ ਹੈ ਇਸ ਵੇਲੇ, ਲੇਕਿਨ ਪੰਜਾਬ ਸਰਕਾਰ ਜਿਹੜੀ ਕਾਂਗਰਸ ਸਰਕਾਰ, ਕੈਪਟਨ ਅਮਰਿੰਦਰ ਸਿੰਘ ਸਰਕਾਰ ਆ, ਇੱਥੇ ਇਹ ਤਾਂ ਨਹੀਂ ਹੋਇਆ ਕਿ ਕੁਝ ਲੋਕ ਆਕਸੀਜਨ ਦੇ ਕਮੀ ਨਾਲ ਮਰ ਗਏ, ਕੋਈ ਲੋਕਾਂ ਨੂੰ ਆਕਸੀਜਨ ਵਾਲਾ ਬੈੱਡ ਨਹੀਂ ਮਿਲਿਆ। ਇਸ ਤਰ੍ਹਾਂ ਦਾ ਤਾਂ ਪੰਜਾਬ 'ਚ ਕੁਝ ਹੋਇਆ ਨਹੀਂ। ਇਹ ਕੀ ਗੱਲਾਂ ਕਰਦੇ ਆ? ਇਹ ਤਾਂ ਜਦੋਂ ਹੁਣ ਇਲੈਕਸ਼ਨ 'ਚ ਆਉਣਗੇ, ਅਸੀਂ ਇਹਨਾਂ ਤੋਂ ਸਵਾਲ ਪੁੱਛਿਆ ਕਰਨੇ ਆ ਕਿ ਤੁਹਾਡੇ ਉਸ ਮਾਡਲ ਦਾ ਕੀ ਬਣਿਆ ਭਾਈ, ਦੱਸੋ ਤਾਂ ਸਹੀ ਸਾਨੂੰ। ਆਖਰੀ ਸਵਾਲ ਲਊਂਗਾ, ਆਪਾਂ ਨਾਰਥ ਇੰਡੀਆ ਖਾਸ ਤੌਰ ਤੇ ਪੰਜਾਬ, ਰਾਜਸਥਾਨ, ਹਰਿਆਣਾ ਦੀ ਗੱਲ ਛੱਡ ਦਈਏ, ਜੇ ਇਸ ਤੋਂ ਬਾਹਰ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਕਦੋਂ ਤੱਕ ਜਿਹੜੀਆਂ ਖੇਤਰੀ ਪਾਰਟੀਆਂ ਭਾਵੇਂ ਵੈਸਟ ਬੰਗਾਲ ਹੈਗੀਆਂ ਜਾਂ ਤਮਿਲਨਾਡੂ ਵਾਲੀਆਂ ਪਾਰਟੀਆਂ ਨੇ, ਉਹਨਾਂ ਦੀ ਜਿੱਤ ਦੀ ਖੁਸ਼ੀ ਮਨਾਉਂਦੀਆਂ ਰਹਿਣਗੀਆਂ, ਬੀਜੇਪੀ ਦੀ ਹਾਰ ਦੀ ਖੁਸ਼ੀ ਮਨਾਉਂਦੀ ਰਹਿਣਗੀਆਂ, ਕਿ ਕਾਂਗਰਸ ਪਾਰਟੀ ਦੁਬਾਰਾ ਉਸ ਸਿਰ ਪੈਰ ਤੇ ਖੜੀ ਹੋਊਗੀ ਸੈਂਟਰ ਜੇ ਕੇਂਦਰੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ? ਦੇਖੋ, ਅਜੇ ਹੁਣੇ ਹੀ ਸਾਡੇ ਜਿਹੜੇ ਕੌਮੀ ਪ੍ਰਧਾਨ, ਉਹਨਾਂ ਨੇ ਐਮਪੀਆਂ ਦੀ ਮੀਟਿੰਗ ਲਈ ਸੀ ਕਰੋਨਾ ਤੇ, ਔਰ ਉਸ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਕਿ ਆਪਣੀ ਜਿਹੜੀ 4 ਸੂਬਿਆਂ 'ਚ ਹਾਰ ਹੋਈ ਹੈ 5 'ਚ, ਉਹਦਾ ਕੀ ਕੀਤਾ ਜਾਵੇ, ਕੀ ਕਾਰਨ ਨੇ। ਔਰ 5 ਮੈਂਬਰੀ ਕਮੇਟੀ ਬਣਾਤੀ ਆ ਆਪਣੇ। ਤੇ ਪੰਜਾਬ ਦੇ ਮਨੀਸ਼ ਤਿਵਾਰੀ, ਉਹਨਾਂ ਨਾਲ ਅਜੇ ਪਰਸੋਂ ਹੀ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਨੂੰ ਹੁਕਮ ਹੋਇਆ ਕਿ ਰੋਜ਼ ਮੀਟਿੰਗਾਂ ਕਰਕੇ ਜਲਦੀ ਤੋਂ ਜਲਦੀ ਹਫ਼ਤਾ 10 ਦਿਨ 'ਚ ਰਿਪੋਰਟ ਦਿਓ। ਦੇਖੋ, ਕਾਂਗਰਸ ਸਾਡੀ ਹਾਰ ਹੋਈ ਆ, ਪੋਲੀਟਿਕਸ ਹਾਰ ਹੁੰਦੀ ਆ, ਲੇਕਿਨ ਅਸੀਂ ਲੱਗ ਗਏ ਆ ਸਾਰੀ ਪਾਰਟੀ, ਔਰ ਕੇਂਦਰ ਵੀ ਸਾਡਾ ਜਿਹੜਾ ਲੀਡਰਸ਼ਿਪ, ਉਹ ਲੱਗ ਗਏ ਹੈਗੇ ਆ ਕਿ ਦੇਖੀਏ ਸਾਡੀਆਂ ਕੀ ਕਮਜ਼ੋਰੀਆਂ ਔਰ ਉਹਨਾਂ ਦਾ ਹੱਲ ਕਰੀਏ। ਔਰ ਜਦੋਂ ਬੰਦਾ ਕਮਜ਼ੋਰੀਆਂ ਮੰਨਣ ਲਈ ਤਿਆਰ ਹੋਵੇ ਔਰ ਹੱਲ ਕਰਨ ਲਈ ਤਿਆਰ ਹੋਵੇ, ਮੇਰਾ ਖਿਆਲ ਸਫਲਤਾ ਵੱਲ ਵੱਧ ਜਾਈਦਾ, ਅਸੀਂ ਉਧਰ ਨੂੰ ਵਧਾਂਗੇ। 2022 ਦੀ 2017 ਦੀ ਤਾਂ ਮੁੱਖ ਮੰਤਰੀ ਪੰਜਾਬ ਦਾ ਚਿਹਰਾ ਸੀਗੇ ਕੈਪਟਨ ਅਮਰਿੰਦਰ ਸਿੰਘ। ਹਰਿਆਣੇ ਵਿੱਚ ਮਾਰ ਕਿਉਂ ਪਈ ਆ? ਜਿਹੜੇ ਹੁੱਡਾ ਨੇ, ਹੁੱਡਾ ਨੂੰ ਲੋਕ ਪਸੰਦ ਕਰਦੇ ਨੇ ਹਰਿਆਣੇ ਵਿੱਚ, ਪਰ ਹਰਿਆਣੇ ਦੇ ਵਿੱਚ ਚਿਹਰਾ ਕਲੀਅਰ ਨਹੀਂ ਕੀਤਾ, ਜਿਸ ਕਰਕੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ। ਇਹੀ ਲੱਗ ਰਿਹਾ ਵੀ ਕੇਂਦਰੀ ਲੈਵਲ ਤੇ ਸਟੇਟਾਂ ਦੇ ਉੱਤੇ ਕਿਤੇ ਨਾ ਕਿਤੇ ਸਟੇਟਾਂ ਵਿੱਚ ਕਾਂਗਰਸ ਕੋਲ ਚਿਹਰਾ ਨਹੀਂ ਹੈਗਾ, ਜਿਸ ਕਰਕੇ ਵਾਰ-ਵਾਰ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਨਹੀਂ, ਇਹ ਤਾਂ ਦੇਖੋ, ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੁੰਦੀ ਆ, ਉਹ ਇਹ ਫੈਸਲੇ ਲੈਂਦੀ ਆ। ਕਾਂਗਰਸ ਵਰਕਿੰਗ ਕਮੇਟੀ 'ਚ ਡਿਸਕਸ਼ਨ ਹੁੰਦੀ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਔਰ ਜਿਹੜੀ ਉਹ ਸੂਬੇ ਦੀ ਵੀ ਲੀਡਰਸ਼ਿਪ ਆ, ਉਹਨਾਂ ਨਾਲ ਵੀ ਬੈਠ ਕੇ ਫੈਸਲੇ ਹੁੰਦੇ ਆ। ਇਹ ਤਾਂ ਜਦੋਂ ਮੌਕਾ ਆਉਂਦਾ ਉਦੋਂ ਫੈਸਲੇ ਹੁੰਦੇ ਆ, ਕਿ ਪਹਿਲਾਂ ਤਾਂ ਇਹਨਾਂ ਗੱਲਾਂ ਦਾ ਫੈਸਲਾ ਨਹੀਂ ਹੁੰਦਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।
ਸੋ ਇਹ ਸਨ ਡਾਕਟਰ ਅਮਰ ਸਿੰਘ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ। ਸੋ ਕਰੋਨਾ ਮਹਾਮਾਰੀ ਉੱਤੇ ਕੇਂਦਰ ਸਰਕਾਰ ਨੂੰ ਵੱਡੇ ਸਵਾਲ ਜਿਹੜੇ ਡਾਕਟਰ ਅਮਰ ਸਿੰਘ ਹੋਰਾਂ ਨੇ ਖੜੇ ਕੀਤੇ ਨੇ ਵੀ ਕੇਂਦਰ ਸਰਕਾਰ ਵੱਖ-ਵੱਖ ਮਾਮਲਿਆਂ ਤੇ ਕਰੋਨਾ ਮਹਾਮਾਰੀ ਤੇ ਖਾਸ ਤੌਰ ਤੇ ਵੈਕਸੀਨ ਦੀ ਗੱਲ ਕਰ ਲਈਏ, ਵੈਂਟੀਲੇਟਰਸ ਦੀ ਗੱਲ ਕਰ ਲਈਏ, ਉਹਦੇ ਉੱਤੇ ਜਿਹੜੀ ਸਰਕਾਰ ਹੈ ਉਹ ਫੇਲ ਸਾਬਤ ਹੋਈ ਹੈ। ਜਿਹੜੇ ਲੋਕ ਗੱਲਾਂ ਕਰਦੇ ਸੀ ਅਸੀਂ ਦੇਸ਼ ਤੇ ਦੁਨੀਆ ਦੇ ਵਿੱਚ ਕਰੋਨਾ ਦੀ ਜਿੱਤ ਹਾਸਲ ਕਰਾਂਗੇ, ਕਰੋਨਾ ਨੂੰ ਦੁਨੀਆ ਨੂੰ ਮੁਕਤ ਕਰਾਂਗੇ, ਅੱਜ ਇੰਡੀਆ ਦਾ ਕੀ ਹਾਲ ਹੈਗਾ ਉਸ ਤੇ ਕਿਤੇ ਨਾ ਕਿਤੇ ਤਰਸਯੋਗ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਜਿਹੜੇ ਕੇਂਦਰੀ ਲੈਵਲ ਦੀ ਗੱਲ ਕਰ ਲਈਏ ਜਾਂ ਸਟੇਟ ਲੈਵਲ ਦੀ ਗੱਲ ਕਰ ਲਈਏ ਤਾਂ ਡਾਕਟਰ ਅਮਰ ਸਿੰਘ ਹੋਰਾਂ ਦਾ ਇਹ ਕਹਿਣਾ ਹੈ ਵੀ ਜਿਹੜੀ ਕਾਂਗਰਸ ਪਾਰਟੀ ਉਹ ਲਗਾਤਾਰ ਆਪਣੇ ਵਰਕਰਾਂ ਨਾਲ ਇਨ ਟੱਚ ਹੈ। ਜਿੱਥੇ ਤੇ ਸੂਬੇ ਵਿੱਚ ਹਾਰ ਹੋਈ ਉਹਦੀ ਸਮੀਖਿਆ ਲਈ ਕਮੇਟੀਆਂ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਨੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਦੇਸ਼ ਵਿਦੇਸ਼ ਟਾਈਮ। ਸਤਿ ਸ਼੍ਰੀ ਅਕਾਲ।